ਹੈਲੋ एवरीवन ਮੋਸਟ ਵੈਲਕਮ ਟੂ ਆਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ। ਇਹ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗਾ। ਅੱਜ ਆਪਾਂ ਕੰਟੀਨਿਊ ਕਰਦੇ ਹਾਂ ਆਪਣੇ ਪੰਜਾਬੀ ਦੇ ਸਿਲੇਬਸ ਨੂੰ। ਦੇਖੋ ਪੰਜਾਬੀ ਦੇ ਸਿਲੇਬਸ ਦਾ ਜੋ ਆਪਣਾ ਲਾਸਟ ਟੌਪਿਕ ਸੀ ਉਹ ਸੀਗਾ ਮੁਲਾਂਕਣ, ਜਿਹਨੂੰ ਇਵੈਲੂਏਸ਼ਨ ਵੀ ਕਿਹਾ ਜਾਂਦਾ, ਉਹ ਕੰਪਲੀਟ ਹੋ ਚੁੱਕਿਆ। ਉਸ ਤੋਂ ਬਾਅਦ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਮਤਲਬ ਨਿਦਾਨਾਤਮਕ ਵੀ ਤੁਸੀਂ ਕਹਿ ਸਕਦੇ ਹੋ, ਉਪਚਾਰਿਕ ਸਿੱਖਿਆ ਵੀ ਕਹਿ ਸਕਦੇ ਹੋ, ਤਕਸ਼ੀਸ਼ੀ ਸਿੱਖਿਆ ਵੀ ਕਹਿ ਸਕਦੇ ਹੋ। ਠੀਕ ਹੈ, ਦੇਖੋ ਦੋ ਟੌਪਿਕ ਨੇ ਆਪਣੇ, ਤਕਸ਼ੀਸ਼ੀ ਸਿੱਖਿਆ ਕੀ ਹੁੰਦਾ ਅਤੇ ਨਿਦਾਨਾਤਮਕ ਸਿੱਖਿਆ ਕੀ ਹੁੰਦਾ। ਦੋਨੋਂ ਇੱਕ ਦੂਸਰੇ ਨਾਲ ਰਿਲੇਟਡ ਨੇ ਤਾਂ ਦੋਨਾਂ ਨੂੰ ਇਸ ਵੀਡੀਓ ਦੇ ਵਿੱਚ ਹੀ ਕੰਪਲੀਟ ਕਰਾਂਗੇ। ਠੀਕ ਹੈ, ਆਪਾਂ ਨੇ ਸਿਰਫ ਸਮਝਣਾ ਹੈ ਕਿ ਤਕਸ਼ੀਸ਼ੀ ਸਿੱਖਿਆ ਕੀ ਹੁੰਦੀ ਹੈ ਅਤੇ ਨਿਦਾਨਾਤਮਕ ਸਿੱਖਿਆ ਕੀ ਹੁੰਦੀ ਹੈ। ਉਹਦੇ ਬਾਰੇ ਜੋ ਵੀ ਇੰਪੋਰਟੈਂਟ ਪੁਆਇੰਟਸ ਰਹਿਣਗੇ ਆਪਾਂ ਸਾਰੇ ਇਹਦੇ ਵਿੱਚ ਡਿਸਕਸ ਕਰਾਂਗੇ। ਕਲੀਅਰ? ਤਾਂ ਬਿਲਕੁਲ ਸਟਾਰਟ ਕਰਦੇ ਹਾਂ ਅੱਜ ਦੇ ਟੌਪਿਕ ਨੂੰ। ਜੇਕਰ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਕਿਉਂਕਿ ਇੱਥੇ ਤੁਹਾਨੂੰ ਫੁੱਲ ਸਿਲੇਬਸ ਜੋ ਹੈ ਕਿਤੇ ਨਾ ਕਿਤੇ ਪ੍ਰੋਵਾਈਡ ਕਰਵਾਇਆ ਜਾ ਰਿਹਾ। ਹਾਲੇ ਐਗਜ਼ਾਮ ਦੇ ਵਿੱਚ ਅਗਰ ਆਪਾਂ ਦੇਖੀਏ ਕਿ ਥੋੜ੍ਹਾ ਬਹੁਤ ਟਾਈਮ ਹੈ ਤਾਂ ਤੁਸੀਂ ਹੁਣੀ ਤੋਂ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹੋ। ਫੁੱਲ ਸਿਲੇਬਸ ਤੁਹਾਨੂੰ ਇੱਥੇ ਵਿਜ਼ੀਬਲ ਨਜ਼ਰ ਆਏਗਾ। ਤੁਸੀਂ ਪਲੇਲਿਸਟ ਜਾ ਕੇ ਚੈੱਕ ਕਰ ਸਕਦੇ ਹੋ। CDP ਇੰਗਲਿਸ਼, ਮੈਥ ਔਰ ਪੰਜਾਬੀ ਦਾ ਸਿਲੇਬਸ ਜੋ ਆਪਣਾ ਕੰਟੀਨਿਊਸਲੀ ਚੱਲ ਰਿਹਾ। ਠੀਕ ਹੈ, ਤਾਂ ਸਟਾਰਟ ਕਰਦੇ ਹਾਂ ਅੱਜ ਦਾ ਜੋ ਟੌਪਿਕ ਹੈ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਇਹ ਜਾਣ ਲੈਂਦੇ ਕਿ ਜੋ ਤਕਸ਼ੀਸ਼ੀ ਸਿੱਖਿਆ ਹੁੰਦੀ ਹੈ ਉਹ ਕੀ ਹੁੰਦੀ ਹੈ। ਠੀਕ ਹੈ, ਕਿਸੇ ਚੀਜ਼ ਬਾਰੇ ਤਕਸ਼ੀਸ਼ ਕਰਨਾ ਜਾਂ ਫਿਰ ਲੱਭਣਾ ਜਾਂ ਫਿਰ ਉਸਦੀ ਜਾਂਚ ਕਰਨਾ। ਫੋਰ ਐਗਜ਼ਾਮਪਲ ਆਪਾਂ ਲਾਸਟ ਟੌਪਿਕ ਕੀਤਾ ਸੀ ਮੁਲਾਂਕਣ। ਮੁਲਾਂਕਣ ਨੂੰ ਪਹਿਲਾਂ ਇਹਦੇ ਨਾਲ ਥੋੜ੍ਹਾ ਜਿਹਾ ਰਿਲੇਟ ਕਰਦੇ ਹਾਂ ਕਿ ਮੁਲਾਂਕਣ ਦਾ ਇਹਦੇ ਨਾਲ ਕੀ ਰਿਲੇਸ਼ਨ ਹੈ। ਦੇਖੋ ਜਦੋਂ ਆਪਾਂ ਮੁਲਾਂਕਣ ਪੜ੍ਹਿਆ ਸੀ ਆਪਾਂ ਉੱਥੇ ਕੀ ਦੇਖਿਆ ਸੀ ਕਿ ਆਪਾਂ ਬੱਚੇ ਨੂੰ ਸਿਖਾ ਰਹੇ ਹਾਂ। ਠੀਕ ਹੈ, ਸਟੂਡੈਂਟ ਦੀ ਲਰਨਿੰਗ ਹੋ ਰਹੀ ਹੈ, ਜਿਸ ਤੋਂ ਬਾਅਦ ਆਪਾਂ ਕਿਤੇ ਨਾ ਕਿਤੇ ਕੋਈ ਟੈਸਟ ਜਾਂ ਫਿਰ ਕਿਤੇ ਨਾ ਕਿਤੇ ਕੋਈ ਇੱਕ ਤਰੀਕੇ ਦਾ ਆਪਾਂ ਕਹਿ ਸਕਦੇ ਹਾਂ ਕਿ ਐਕਟੀਵਿਟੀਜ਼ ਕਿਸੇ ਵੀ ਤਰੀਕੇ ਨਾਲ ਆਪਾਂ ਇਹ ਚੈੱਕ ਕਰ ਸਕਦੇ ਕਿ ਬੱਚੇ ਨੇ ਕਿੰਨਾ ਸਿੱਖਿਆ ਹੈ। ਬੱਚੇ ਦਾ ਆਪਾਂ ਮੁਲਾਂਕਣ ਕਰਦੇ ਹਾਂ ਜਿਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਬੱਚੇ ਨੇ ਕਿੰਨਾ ਸਿੱਖਿਆ ਹੈ। ਠੀਕ ਹੈ, ਜਾਂ ਫਿਰ ਕਿਸ ਪੁਆਇੰਟ ਦੇ ਵਿੱਚ ਉਸਨੂੰ ਕੀ ਹੋ ਰਹੀ ਹੈ ਕਮਜ਼ੋਰ, ਆਪਾਂ ਕਹਿ ਸਕਦੇ ਹਾਂ ਕਿ ਵੀਕ ਪੁਆਇੰਟ ਉਸਦਾ ਕਿਹੜਾ ਹੈ, ਜਾਂ ਫਿਰ ਕਿ ਕਿਹੜੀ ਜੋ ਚੀਜ਼ਾਂ ਨੇ ਜੋ ਉਹ ਨਹੀਂ ਸਮਝ ਪਾਇਆ ਜਾਂ ਨਹੀਂ ਸਿੱਖ ਪਾਇਆ। ਠੀਕ ਹੈ, ਤਾਂ ਆਪਾਂ ਨੂੰ ਉਹਨਾਂ ਦੇ ਵੀਕ ਪੁਆਇੰਟਸ ਦਾ ਵੀ ਪਤਾ ਲੱਗ ਜਾਂਦਾ ਔਰ ਉਹ ਵੀ ਕਲੀਅਰ ਹੋ ਜਾਂਦਾ ਕਿ ਇਹ ਚੀਜ਼ਾਂ ਬੱਚੇ ਦੀ ਅੱਛੇ ਤਰੀਕੇ ਨਾਲ ਕੰਪਲੀਟ ਕਵਰ ਹੋ ਗਈਆਂ। ਠੀਕ ਹੈ, ਬੱਚਾ ਇੰਨਾ ਸਿੱਖ ਚੁੱਕਿਆ ਹੈ। ਠੀਕ ਹੈ, ਹੁਣ ਉਹ ਸਾਰੀਆਂ ਚੀਜ਼ਾਂ ਦੀ ਜਾਂਚ ਕਰਨਾ। ਹੁਣ ਆਪਾਂ ਨੇ ਕੀ ਕੀਤਾ, ਜਾਂਚ ਕੀਤੀ, ਆਪਾਂ ਨੇ ਥੋੜ੍ਹਾ ਜਿਹਾ ਲੱਭਿਆ ਕਿ ਹਾਂਜੀ ਬੱਚੇ ਦੇ ਜਿਹੜੇ ਵੀਕ ਪੁਆਇੰਟਸ ਉਹ ਕਿਹੜੇ ਨੇ, ਸਟੂਡੈਂਟ ਨੂੰ ਕਿਹੜੀਆਂ ਚੀਜ਼ਾਂ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ। ਫੋਰ ਐਗਜ਼ਾਮਪਲ ਅਗਰ ਬੱਚਾ ਭਾਸ਼ਾ ਸਿੱਖ ਰਿਹਾ ਹੈ, ਠੀਕ ਹੈ, ਤਾਂ ਭਾਸ਼ਾ ਸਿੱਖਦੇ ਹੋਏ ਉਸਨੂੰ ਕਿਹੜੀ ਚੀਜ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਬੱਚਾ ਸਹੀ ਨਹੀਂ ਬੋਲ ਪਾ ਰਿਹਾ, ਜਾਂ ਫਿਰ ਬੱਚਾ ਸਹੀ ਨਹੀਂ ਸੁਣ ਪਾ ਰਿਹਾ, ਜਾਂ ਫਿਰ ਬੱਚਾ ਸਹੀ ਨਹੀਂ ਪੜ੍ਹ ਪਾ ਰਿਹਾ, ਜਾਂ ਫਿਰ ਸਹੀ ਨਹੀਂ ਲਿਖ ਪਾ ਰਿਹਾ। ਠੀਕ ਹੈ, ਕਿੱਥੇ ਉਸਨੂੰ ਉਸਦੀ ਕਮਜ਼ੋਰੀ ਕਿੱਥੇ ਹੈ ਜਿਹਦੇ ਕਰਕੇ ਉਹ ਸਹੀ ਤਰੀਕੇ ਨਾਲ ਭਾਸ਼ਾ ਨਹੀਂ ਸਿੱਖ ਪਾ ਰਿਹਾ। ਠੀਕ ਹੈ, ਆਪਾਂ ਜਾਂਚ ਕਰਦੇ ਹਾਂ, ਲੱਭਦੇ ਹਾਂ। ਠੀਕ ਹੈ, ਇਹ ਕਿਹਦੀ ਮਦਦ ਨਾਲ ਹੁੰਦਾ, ਮੁਲਾਂਕਣ ਦੀ ਮਦਦ ਨਾਲ ਹੁੰਦਾ। ਪਰ ਜਦੋਂ ਆਪਾਂ ਉਸ ਚੀਜ਼ ਨੂੰ ਲੱਭ ਲੈਂਦੇ ਹਾਂ ਕਿ ਹਾਂਜੀ ਇਹ ਇਸਦਾ ਵੀਕ ਪੁਆਇੰਟ ਹੈ, ਠੀਕ ਹੈ, ਤਾਂ ਉਸਨੂੰ ਆਪਾਂ ਕੀ ਬੋਲਦੇ ਹਾਂ, ਤਕਸ਼ੀਸ਼ ਕਰਨਾ, ਮਤਲਬ ਲੱਭਣਾ, ਜਾਂਚ ਕਰਨਾ। ਠੀਕ ਹੈ, ਤਾਂ ਇੱਥੇ ਆਪਾਂ ਦੇਖ ਪਾ ਰਹੇ ਹਾਂ, ਬਿਲਕੁਲ ਤੁਸੀਂ ਸਮਝ ਗਏ ਹੋਣਗੇ ਕਿ ਫਸਟ ਜੋ ਆਪਣਾ ਪੁਆਇੰਟ ਹੈ ਤਕਸ਼ੀਸ਼ ਕਰਨਾ, ਜਿਹਨੂੰ ਕਿਹਾ ਜਾਂਦਾ ਤਾਂ ਉਹ ਕੀ ਚੀਜ਼ ਹੈ। ਠੀਕ ਹੈ, ਅੱਗੇ ਅਗਰ ਆਪਾਂ ਗੱਲ ਕਰੀਏ ਭਾਸ਼ਾ ਸਿੱਖਿਆ ਵਿੱਚ ਬੱਚੇ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਠੀਕ ਹੈ, ਤਾਂ ਜਿਵੇਂ ਕਿ ਹੁਣੇ ਮੈਂ ਕਿਹਾ ਕਿ ਅਗਰ ਕੋਈ ਬੱਚਾ ਭਾਸ਼ਾ ਸਿੱਖ ਰਿਹਾ, ਹੋ ਸਕਦਾ ਉਹ ਸਹੀ ਤਰੀਕੇ ਨਾਲ ਨਾ ਬੋਲ ਪਾ ਰਿਹਾ ਹੋਵੇ, ਉਸਨੂੰ ਪ੍ਰੋਨਾਊਂਸੀਏਸ਼ਨ ਦੇ ਵਿੱਚ ਕਿਤੇ ਦਿੱਕਤ ਆ ਰਹੀ ਹੋਵੇ। ਠੀਕ ਹੈ, ਜਾਂ ਫਿਰ ਬੱਚਾ ਬੋਲ ਸਹੀ ਰਿਹਾ, ਪੜ੍ਹ ਸਹੀ ਰਿਹਾ, ਸੁਣ ਸਹੀ ਰਿਹਾ, ਪਰ ਉਹਨੂੰ ਲਿਖਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਉਹਨੂੰ ਗ੍ਰਾਮਰ ਡਿਫੀਕਲਟ ਲੱਗਦੀ ਹੈ, ਜਾਂ ਫਿਰ ਉਸਨੂੰ ਲਿਖਣਾ ਡਿਫੀਕਲਟ ਲੱਗਦਾ ਹੈ। ਠੀਕ ਹੈ, ਬੱਚਾ ਕਈ ਵਾਰੀ ਹੁੰਦਾ ਕਿ ਪੜ੍ਹ ਨਹੀਂ ਸਹੀ ਤਰੀਕੇ ਨਾਲ ਪਾ ਰਿਹਾ ਜਾਂ ਫਿਰ ਸੁਣ ਨਹੀਂ ਸਹੀ ਤਰੀਕੇ ਨਾਲ ਪਾ ਰਿਹਾ। ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਨੇ ਜੋ ਆਪਾਂ ਦੇਖਦੇ ਹਾਂ। ਆਫਟਰ ਦੈਟ ਅਗਰ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਵਿਆਕਰਨ ਸੰਬੰਧੀ ਜੋ ਪ੍ਰੋਬਲਮਸ ਨੇ ਸਟੂਡੈਂਟਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਕਿ ਗ੍ਰਾਮਰ ਉਹਨਾਂ ਦੀ ਸਹੀ ਨਹੀਂ ਆ, ਮਤਲਬ ਸਹੀ ਤਰੀਕੇ ਨਾਲ ਗ੍ਰਾਮਰ ਨੂੰ ਨਹੀਂ ਆਪਾਂ ਕਹਿ ਸਕਦੇ, ਲਿਖਣ ਸਮੇਂ ਗ੍ਰਾਮਰ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰ ਰਹੇ ਨੇ, ਮਤਲਬ ਵਿਆਕਰਨ ਸੰਬੰਧੀ ਜੋ ਕਿਤੇ ਨਾ ਕਿਤੇ ਸਮੱਸਿਆਵਾਂ ਉਹ ਫੇਸ ਕਰ ਰਹੇ ਨੇ, ਜੋ ਸ਼ਬਦ ਨੂੰ ਜੋੜ ਨਹੀਂ ਪਾ ਰਹੇ। ਠੀਕ ਹੈ, ਜਿਵੇਂ ਆਪਾਂ ਬਚਪਨ ਦੇ ਵਿੱਚ ਹੀ ਸ਼ੁਰੂ ਤੋਂ ਹੀ ਆਪਾਂ ਛੋਟੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਪੜ੍ਹਾਉਣਾ ਸ਼ੁਰੂ ਕਰਦੇ ਕਿ ਰ ਕ ਮ। ਠੀਕ ਹੈ, ਕੀ ਹੁੰਦਾ, ਰਕਮ ਹੁੰਦਾ। ਅਗਰ ਮੈਂ ਇਹਨਾਂ ਦੋ ਸ਼ਬਦਾਂ ਨੂੰ ਜੋੜ ਦਾਂਗੀ ਤਾਂ ਮੇਰੇ ਕੋਲ ਕੀ ਬਣ ਜਾਏਗਾ। ਠੀਕ ਹੈ, ਸ਼ਬਦਾਂ ਨੂੰ ਜੋੜ ਕੇ ਵਾਕਾਂ ਨੂੰ ਬਣਾਉਣਾ ਜਾਂ ਫਿਰ ਅੱਖਰਾਂ ਨੂੰ ਜੋੜ ਕੇ ਸ਼ਬਦਾਂ ਨੂੰ ਬਣਾਉਣਾ। ਠੀਕ ਹੈ, ਤਾਂ ਹੋ ਸਕਦਾ ਉਸ ਦੇ ਵਿੱਚ ਸਟੂਡੈਂਟਸ ਨੂੰ ਪ੍ਰੋਬਲਮ ਹੋਵੇ। ਠੀਕ ਹੈ, ਕਿਸੇ ਵੀ ਤਰੀਕੇ ਦੀ ਜੋ ਗ੍ਰਾਮਰ ਦੇ ਵਿੱਚ ਹੋ ਸਕਦੀ ਹੈ, ਸੁਣਨ ਬੋਲਣ ਚਾਰੋਂ ਕੌਸ਼ਲਾਂ ਦੇ ਵਿੱਚ ਕੋਈ ਵੀ ਹੋ ਸਕਦਾ ਹੈ। ਤਾਂ ਬੱਚਿਆਂ ਨੂੰ ਸਮੱਸਿਆਵਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹਦੇ ਕਰਕੇ ਉਹ ਸਹੀ ਤਰੀਕੇ ਨਾਲ ਸ਼ਾਇਦ ਕਿਤੇ ਨਾ ਕਿਤੇ ਜੋ ਭਾਸ਼ਾ ਹੈ ਉਹ ਨਹੀਂ ਸਿੱਖ ਪਾਉਂਦੇ। ਤਾਂ ਬਿਲਕੁਲ, ਔਰ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ, ਜੋ ਭਾਸ਼ਾ ਹੈ ਉਸ ਨੂੰ ਜੇਕਰ ਭਾਸ਼ਾ ਦੇ ਉਦੇਸ਼ਾਂ ਨੂੰ ਆਪਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਭਾਸ਼ਾ ਸਿੱਖਿਆ ਦੇ ਉਦੇਸ਼ ਪ੍ਰਾਪਤ ਦਾ ਮਤਲਬ ਕੀ ਹੋ ਗਿਆ ਕਿ ਜੋ ਆਪਾਂ ਭਾਸ਼ਾ ਸਿੱਖਣੀ ਆ ਉਹ ਬਿਲਕੁਲ ਸਹੀ ਤਰੀਕੇ ਨਾਲ ਸਿੱਖਣੀ ਆ, ਹਰ ਇੱਕ ਕੁਐਸਚਨ ਨੂੰ ਧਿਆਨ ਵਿੱਚ ਰੱਖਣਾ ਹੈ ਤਾਂ ਕਿ ਉਸਨੂੰ ਆਪਾਂ ਰੈਗੂਲਰ ਲਾਈਫ ਦੇ ਵਿੱਚ ਬਿਲਕੁਲ ਸਹੀ, ਬਿਨਾਂ ਉਸਨੂੰ ਵਿਗਾੜੇ, ਠੀਕ ਹੈ, ਬਿਨਾਂ ਉਸਦੇ ਵਿੱਚ ਗਲਤੀਆਂ ਕੀਤੇ ਆਪਾਂ ਬਿਲਕੁਲ ਸਹੀ ਤਰੀਕੇ ਨਾਲ ਆਪਣਾ ਸੈਲਫ ਕੌਨਫੀਡੈਂਸ ਦੇ ਨਾਲ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕੀਏ। ਠੀਕ ਹੈ, ਤਾਂ ਉਹ ਚੀਜ਼ ਹੁੰਦੀ ਹੈ। ਅਤੇ ਉਹਨਾਂ ਉਦੇਸ਼ਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਜੇਕਰ ਇਹਨਾਂ ਗਲਤੀਆਂ ਵਿੱਚ ਸੁਧਾਰ ਕੀਤਾ ਜਾਏਗਾ। ਪਹਿਲਾਂ ਇਹਨਾਂ ਗਲਤੀਆਂ ਵਿੱਚ ਸੁਧਾਰ ਕਰਨ ਤੋਂ ਪਹਿਲਾਂ ਇਹਨਾਂ ਗਲਤੀਆਂ ਨੂੰ ਪਹਿਚਾਨਣਾ ਪਏਗਾ ਵੀ ਇਹਨਾਂ ਮੇਰਾ ਵੀਕ ਪੁਆਇੰਟ ਕੀ ਹੈ, ਜਾਂ ਫਿਰ ਅਗਰ ਇੱਕ ਟੀਚਰ ਹੋ
ਤਾਂ ਸਟੂਡੈਂਟ ਦਾ ਵੀਕ ਪੁਆਇੰਟ ਕੀ ਹੈ, ਕਿੱਥੇ ਉਸਨੂੰ ਕਮੀ ਜਾਂ ਕਿੱਥੇ ਉਸਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਕਿ ਉਹ ਇਹ ਚੀਜ਼ ਨਹੀਂ ਕਰ ਪਾ ਰਿਹਾ। ਠੀਕ ਹੈ, ਤਾਂ ਉਸ ਤੋਂ ਉੱਪਰ ਥੋੜ੍ਹਾ ਚੰਗੀ ਤਰੀਕੇ ਨਾਲ ਧਿਆਨ ਦੇ ਕੇ ਉਸ ਦੇ ਵਿੱਚ ਕੀ ਕੀਤਾ ਜਾ ਸਕਦਾ, ਸੁਧਾਰ ਕੀਤਾ ਜਾ ਸਕਦਾ। ਠੀਕ ਹੈ, ਜੇਕਰ ਇਹਨਾਂ ਵਿੱਚ ਸੁਧਾਰ ਨਹੀਂ ਕੀਤਾ ਜਾਏਗਾ ਤਾਂ ਹੋ ਸਕਦਾ ਭਾਸ਼ਾ ਦੇ ਵਿੱਚ ਜੋ ਵਿਗਾੜ ਹੈ ਉਹ ਲਗਾਤਾਰ ਆਉਂਦਾ ਜਾਵੇ। ਠੀਕ ਹੈ, ਤਾਂ ਬਿਲਕੁਲ ਇਹਨਾਂ ਚੀਜ਼ਾਂ ਨੂੰ ਜਾਂਚਣਾ, ਲੱਭਣਾ, ਕਮੀਆਂ ਨੂੰ ਲੱਭਣਾ ਸਟੂਡੈਂਟਸ ਦੇ ਵਿੱਚ। ਠੀਕ ਹੈ, ਕਿ ਆਪਾਂ ਦੁਬਾਰਾ ਰਿਪੀਟ ਕਰ ਰਹੇ ਹਾਂ ਕਿ ਕਿੰਨਾ ਚੀਜ਼ਾਂ ਕਰਕੇ ਬੱਚਾ ਸਹੀ ਤਰੀਕੇ ਨਾਲ ਲਰਨਿੰਗ ਨਹੀਂ ਕਰ ਪਾ ਰਿਹਾ, ਉਹਨਾਂ ਨੂੰ ਲੱਭਣਾ। ਠੀਕ ਹੈ, ਰਿਕੋਗਨਾਈਜ਼ ਕਰਨਾ, ਤਾਂ ਉਹ ਸਾਰਾ ਕੁਛ ਕਿਹਦੇ ਵਿੱਚ ਆ ਜਾਂਦਾ, ਤਕਸ਼ੀਸ਼ ਦੇ ਵਿੱਚ ਆ ਜਾਂਦਾ, ਲੱਭਣ ਦੇ ਵਿੱਚ ਆ ਜਾਂਦਾ ਇਹਨਾਂ ਕਮੀਆਂ ਨੂੰ। ਠੀਕ ਹੈ, ਅਤੇ ਉਹੀ ਚੀਜ਼ ਤੁਸੀਂ ਲਾਸਟ ਲਾਈਨ ਦੇ ਵਿੱਚ ਦੇਖ ਰਹੇ ਹੋ, ਇਹਨਾਂ ਸਾਰਿਆਂ ਦੀ ਕਮੀਆਂ ਦੀ, ਅਸ਼ੁੱਧੀਆਂ ਦੀ, ਤਰੁੱਟੀਆਂ ਦੀ ਜਾਂ ਸਮੱਸਿਆਵਾਂ ਦੀ ਪਹਿਚਾਣ ਕਰਨਾ ਹੀ ਕੀ ਹੁੰਦਾ, ਤਕਸ਼ੀਸ਼ ਕਰਨਾ ਜਾਂ ਫਿਰ ਤਕਸ਼ੀਸ਼ੀ ਸਿੱਖਿਆ ਜਿਸ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਉਮੀਦ ਹੈ ਇਹ ਚੀਜ਼ ਤੁਹਾਨੂੰ ਕਲੀਅਰ ਹੋ ਗਈ ਕਿ ਜੋ ਫਸਟ ਸੀਗਾ ਉਹ ਆਪਣਾ ਕੀ ਸੀਗਾ। ਠੀਕ ਹੈ, ਕਲੀਅਰ ਹੋ ਗਿਆ ਹੋਏਗਾ। ਹੁਣ ਥੋੜ੍ਹਾ ਜਿਹਾ ਅੱਗੇ ਵੱਧਦੇ ਹਾਂ। ਅਗਲਾ ਜੋ ਆਪਾਂ ਦੇਖ ਪਾ ਰਹੇ ਹਾਂ, ਉਪਚਾਰਿਕ ਅਤੇ ਨਿਦਾਨਾਤਮਕ ਸਿੱਖਿਆ। ਹੁਣ ਦੇਖੋ ਆਪਾਂ ਨੂੰ ਕਮੀਆਂ ਪਤਾ ਲੱਗ ਗਿਆ। ਠੀਕ ਹੈ, ਆਪਾਂ ਮੁਲਾਂਕਣ ਦੀ ਮਦਦ ਨਾਲ ਤਕਸ਼ੀਸ਼ ਕੀਤੀ ਜਾਂ ਜਾਂਚਿਆ ਜਾਂ ਲੱਭਿਆ। ਠੀਕ ਹੈ, ਤਾਂ ਉਹਦੇ ਨਾਲ ਆਪਾਂ ਨੂੰ ਕੀ ਪਤਾ ਲੱਗ ਗਿਆ, ਕਮੀਆਂ ਦਾ ਪਤਾ ਲੱਗ ਗਿਆ ਕਿ ਹਾਂਜੀ ਸਟੂਡੈਂਟ ਦੇ ਵਿੱਚ ਇਹ ਜੋ ਦਿੱਕਤਾਂ ਨੇ ਜਿਹਦੇ ਕਰਕੇ ਬੱਚਾ ਸਹੀ ਤਰੀਕੇ ਨਾਲ ਭਾਸ਼ਾ ਨਹੀਂ ਸਿੱਖ ਪਾ ਰਿਹਾ, ਜੋ ਕੋਈ ਵੀ ਹੋਰ ਸਬਜੈਕਟ ਹੈ। ਠੀਕ ਹੈ, ਉਹ ਸਿੱਖਣ ਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਕੀ ਆ ਰਹੀ ਹੈ, ਦਿੱਕਤ ਮਹਿਸੂਸ ਹੋ ਰਹੀ ਹੈ। ਤਾਂ ਕਮੀਆਂ ਆਪਾਂ ਨੂੰ ਪਤਾ ਲੱਗ ਗਈਆਂ। ਹੁਣ ਇਹਨਾਂ ਦੇ ਵਿੱਚ ਸੁਧਾਰ ਵੀ ਤਾਂ ਕਰਨਾ ਹੈ ਨਾ। ਇਹਨਾਂ ਵਿੱਚ ਸੁਧਾਰ ਕਰਨ ਨੂੰ ਆਪਾਂ ਕੀ ਬੋਲਦੇ ਹਾਂ, ਉਪਚਾਰਿਕ ਜਾਂ ਨਿਦਾਨਾਤਮਕ। ਪੜ੍ਹਦੇ ਹਾਂ ਇਸ ਬਾਰੇ ਥੋੜ੍ਹਾ ਜਿਹਾ ਚੰਗੇ ਤਰੀਕੇ ਨਾਲ ਕਲੀਅਰ ਹੋ ਜਾਊਗਾ। ਇਹਨਾਂ ਕਮੀਆਂ ਤਰੁੱਟੀਆਂ ਨੂੰ ਸੁਧਾਰਨ ਲਈ ਕੀ ਕੀਤਾ ਜਾਂਦਾ, ਨਵੀਆਂ ਨੀਤੀਆਂ ਦਾ ਨਿਰਮਾਣ ਕੀਤਾ ਜਾਂਦਾ। ਬਿਲਕੁਲ ਉਹੀ ਚੀਜ਼ ਆ ਗਈ ਜੋ ਮੈਂ ਹੁਣੀ ਬੋਲੀ ਸੀ ਕਿ ਇਹਨਾਂ ਵਿੱਚ ਸੁਧਾਰ ਕਰਨਾ। ਜੋ ਕਮੀਆਂ ਆਪਾਂ ਨੂੰ ਕਲੀਅਰ ਹੋ ਗਿਆ ਕਿ ਹਾਂਜੀ ਇਹ ਵੀਕ ਪੁਆਇੰਟ ਹੈ, ਉਹਨਾਂ ਨੂੰ ਠੀਕ ਕਰਨਾ, ਉਹਨਾਂ ਨੂੰ ਜ਼ਿਆਦਾ ਧਿਆਨ ਉਸ ਪੁਆਇੰਟ ਦੇ ਉੱਪਰ ਦੇ ਕੇ ਉਸਨੂੰ ਸੁਧਾਰਨਾ ਅਤੇ ਉਹਨਾਂ ਨੂੰ ਲਾਗੂ ਕੀਤਾ। ਤਾਂ ਇਹਨਾਂ ਸੁਧਾਰਨ ਲਈ ਬਹੁਤ ਸਾਰੀਆਂ ਨਵੀਆਂ ਨੀਤੀਆਂ ਦਾ ਨਿਰਮਾਣ ਕਰਦਾ ਹੈ। ਠੀਕ ਹੈ, ਅਤੇ ਉਹਨਾਂ ਨੂੰ ਕੀ ਕੀਤਾ ਜਾਂਦਾ, ਲਾਗੂ ਕੀਤਾ ਜਾਂਦਾ। ਬਾਲਗਾਂ ਦੀਆਂ ਆਦਤਾਂ ਜਾਂ ਅਨੁਭਵ ਇਸ ਤਰੀਕੇ ਨਾਲ ਬਣਾ ਦਿੱਤੇ ਜਾਂਦੇ ਨੇ ਤਾਂ ਕਿ ਜੋ ਗਲਤੀਆਂ ਅੱਜ ਉਹਨਾਂ ਨੇ ਕੀਤੀਆਂ ਨੇ ਉਹ ਇਨ ਦਾ ਫਿਊਚਰ ਨਾ ਕਰਨ। ਠੀਕ ਹੈ, ਅਤੇ ਇਸ ਤਰੀਕੇ ਨਾਲ ਉਹਨਾਂ ਨੂੰ ਆਦਤਾਂ ਉਹਨਾਂ ਦੀਆਂ ਬਣਾਈਆਂ ਜਾਂਦੀਆਂ ਨੇ ਕਿ ਇੱਕ ਵਾਰੀ ਜੋ ਗਲਤੀ ਹੋ ਗਈ ਉਹ ਵਾਰ-ਵਾਰ ਰਿਪੀਟ ਉਸਨੂੰ ਨਾ ਕਰਨ। ਠੀਕ ਹੈ, ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਤਰ੍ਹਾਂ ਬਾਲਕਾਂ ਦੀ ਜੋ ਭਾਸ਼ਾ ਹੁੰਦੀ ਹੈ ਉਸ ਦੇ ਜਿਹੜੀ ਸੰਬੰਧੀ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਜੋ ਪ੍ਰਕਿਰਿਆ ਹੁੰਦੀ, ਜੋ ਸਿੱਖਿਆ ਹੁੰਦੀ ਹੈ। ਠੀਕ ਹੈ, ਤਾਂ ਉਸਨੂੰ ਆਪਾਂ ਕੀ ਬੋਲਦੇ ਹਾਂ, ਉਪਚਾਰਿਕ ਜਾਂ ਨਿਦਾਨਾਤਮਕ ਸਿੱਖਿਆ। ਸਿੰਪਲ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਉਹ ਸਿੱਖਿਆ ਜੋ ਵਿਦਿਆਰਥੀਆਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਦਿੱਤੀ ਜਾਂਦੀ ਹੈ ਵਿਦਿਆਰਥੀਆਂ ਨੂੰ। ਠੀਕ ਹੈ, ਜਿਵੇਂ ਹੁਣ ਭਾਸ਼ਾ ਸੰਬੰਧੀ ਕੋਈ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਲਈ ਆਪਾਂ ਉਹਨਾਂ ਨੂੰ ਕੋਈ ਸਪੈਸ਼ਲ ਐਜੂਕੇਸ਼ਨ ਦੇ ਰਹੇ ਹਾਂ ਤਾਂ ਉਸਨੂੰ ਆਪਾਂ ਕੀ ਬੋਲਦੇ ਹਾਂ, ਨਿਦਾਨਾਤਮਕ ਵੀ ਬੋਲ ਸਕਦੇ ਹਾਂ ਔਰ ਉਪਚਾਰਿਕ ਵੀ ਬੋਲ ਸਕਦੇ ਹਾਂ। ਦੋਨਾਂ ਵਿੱਚੋਂ ਕੋਈ ਵੀ ਨਾਮ ਤੁਹਾਡੇ ਸਾਹਮਣੇ ਹੋ ਸਕਦਾ ਹੈ। ਠੀਕ ਹੈ, ਨੈਕਸਟ ਅਗਰ ਆਪਾਂ ਗੱਲ ਕਰੀਏ ਹੁਣ ਇਸ ਦੇ ਉਦੇਸ਼ ਕੀ ਨੇ, ਆਪਾਂ ਨੂੰ ਕਲੀਅਰ ਹੋ ਗਿਆ ਕਿ ਇਹ ਕੀ ਹੁੰਦੀ ਹੈ। ਠੀਕ ਹੈ, ਤਾਂ ਹੁਣ ਆਪਾਂ ਇਸ ਦੇ ਉਦੇਸ਼ ਦੇਖ ਲੈਂਦੇ ਹਾਂ। ਇਸ ਦੇ ਉਦੇਸ਼ ਕੀ ਨੇ, ਭਾਸ਼ਾ ਸੰਬੰਧੀ ਜੋ ਵੀ ਤਰੁੱਟੀਆਂ ਨੇ ਉਹਨਾਂ ਨੂੰ ਦੂਰ ਕਰਨਾ। ਠੀਕ ਹੈ, ਬਿਲਕੁਲ ਮੇਨ ਪੁਆਇੰਟ ਤਾਂ ਆਪਣਾ ਇਹੀ ਹੋ ਜਾਂਦਾ ਕਿਉਂਕਿ ਆਪਾਂ ਪੰਜਾਬੀ ਲੈਂਗੁਏਜ ਦੀ ਇੱਥੇ ਗੱਲ ਕਰ ਰਹੇ ਹਾਂ। ਤਾਂ ਜੋ ਵੀ ਉਹਨਾਂ ਦੀਆਂ ਅਸ਼ੁੱਧੀਆਂ ਨੇ ਜਾਂ ਤਰੁੱਟੀਆਂ ਨੇ ਉਹਨਾਂ ਨੂੰ ਕੀ ਕੀਤਾ ਜਾਵੇ, ਦੂਰ ਕੀਤਾ ਜਾਵੇ, ਤਾਂ ਹੀ ਉਹਨਾਂ ਦੀ ਕੀ ਹੋ ਰਹੀ ਹੈ, ਨਿਦਾਨਾਤਮਕ ਸਿੱਖਿਆ ਉਹਨਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ। ਠੀਕ ਹੈ, ਤਾਂ ਗਿਆਨ ਪ੍ਰਾਪਤੀ ਦੇ ਰਾਹ ਵਿੱਚ ਕੀ ਹੁੰਦੀ ਹੈ, ਰੁਕਾਵਟ, ਜਿਹੜੀ ਕਿ ਗਿਆਨ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੀਆਂ ਕਠਿਨਾਈਆਂ ਨੂੰ ਦੂਰ ਕਰਨਾ। ਹੁਣ ਬੱਚਾ ਕਿਸੇ ਨਾ ਕਿਸੇ ਕਰਕੇ ਨਹੀਂ ਸਿੱਖ ਪਾ ਰਿਹਾ, ਕੋਈ ਨਾ ਕੋਈ ਕਮੀ ਕਰਕੇ ਜਾਂ ਕਿਸੇ ਨਾ ਕਿਸੇ ਪ੍ਰੋਬਲਮ ਕਰਕੇ ਉਹ ਸਹੀ ਤਰੀਕੇ ਨਾਲ ਨਹੀਂ ਸਿੱਖ ਪਾ ਰਿਹਾ। ਮਤਲਬ ਕਿਤੇ ਨਾ ਕਿਤੇ ਉਸਦੇ ਗਿਆਨ ਪ੍ਰਾਪਤੀ ਦੇ ਰਾਹ ਦੇ ਵਿੱਚ ਕੀ ਆ ਰਹੀਆਂ ਨੇ, ਰੁਕਾਵਟਾਂ ਆ ਰਹੀਆਂ ਨੇ ਔਰ ਉਹ ਰੁਕਾਵਟਾਂ ਕੀ ਨੇ, ਉਹੀ ਕਮੀਆਂ ਨੇ। ਠੀਕ ਹੈ, ਜਦੋਂ ਇਹਨਾਂ ਕਮੀਆਂ ਨੂੰ ਆਪਾਂ ਦੂਰ ਕਰ ਦੇਵਾਂਗੇ ਤਾਂ ਜੋ ਗਿਆਨ ਪ੍ਰਾਪਤੀ ਦੇ ਰਾਹ ਹੋਣਗੇ ਉਹ ਕੀ ਹੋਣਗੇ, ਖੁੱਲ੍ਹ ਜਾਣਗੇ। ਠੀਕ ਹੈ, ਤਾਂ ਬਿਲਕੁਲ ਗਿਆਨ ਪ੍ਰਾਪਤੀ ਦੇ ਰਾਹ ਵਿੱਚ ਜਿੰਨੀਆਂ ਵੀ ਰੁਕਾਵਟਾਂ ਆ ਰਹੀਆਂ ਨੇ ਉਹਨਾਂ ਨੂੰ ਕੀ ਕਰਨਾ, ਦੂਰ ਕਰਨਾ। ਬਿਲਕੁਲ ਉਹੀ ਚੀਜ਼ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਆ ਜਾਂਦਾ ਹੈ ਭਾਸ਼ਾ ਦੀ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ। ਠੀਕ ਹੈ, ਪ੍ਰਭਾਵਸ਼ਾਲੀ ਤਰੀਕੇ ਨਾਲ ਬੱਚਿਆਂ ਨੂੰ ਸਿਖਾਉਣਾ। ਬਾਲਗਾਂ ਨੂੰ ਵੱਧ ਤੋਂ ਵੱਧ ਕਿਰਿਆਸ਼ੀਲ ਬਣਾਉਣਾ। ਹੁਣ ਜਦੋਂ ਬੱਚੇ ਫੋਰ ਐਗਜ਼ਾਮਪਲ ਅਗਰ ਕੋਈ ਸਟੂਡੈਂਟ ਹੈ ਉਹ ਨਹੀਂ ਸਹੀ ਤਰੀਕੇ ਨਾਲ ਭਾਸ਼ਾ ਸਿੱਖ ਪਾ ਰਿਹਾ, ਜੋ ਤੁਸੀਂ ਉਸਨੂੰ ਸਪੈਸ਼ਲ ਐਜੂਕੇਸ਼ਨ ਦੇ ਰਹੇ ਹੋ, ਦੁਬਾਰਾ ਉਸ 'ਤੇ ਵੀਕ ਪੁਆਇੰਟ ਦੇ ਉੱਪਰ ਤੁਸੀਂ ਕੰਮ ਕਰ ਰਹੇ ਹੋ, ਤਾਂ ਤੁਸੀਂ ਉਸਨੂੰ ਬਹੁਤ ਜ਼ਿਆਦਾ ਸਹੀ ਤਰੀਕੇ ਨਾਲ ਦੁਬਾਰਾ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਕਿਤੇ ਨਾ ਕਿਤੇ ਬੱਚੇ ਦੀ ਜੋ ਐਕਟੀਵਿਟੀ ਹੈ ਉਹ ਵੀ ਵੱਧ ਜਾਏਗੀ। ਬੱਚਾ ਵੀ ਬਰਾਬਰ ਐਕਟੀਵਿਟੀਜ਼ ਕਰੇਗਾ, ਬਰਾਬਰ ਤੁਹਾਡੇ ਨਾਲ ਪੂਰਾ ਪਾਰਟੀਸਪੇਟ ਕਰੇਗਾ। ਠੀਕ ਹੈ, ਤਾਂ ਬਿਲਕੁਲ ਬੱਚੇ ਦੀ ਜੋ ਕਿਰਿਆਸ਼ੀਲਤਾ ਹੈ ਉਹ ਕੀ ਹੋ ਜਾਂਦੀ ਹੈ, ਵੱਧ ਜਾਂਦੀ ਹੈ। ਠੀਕ ਹੈ, ਬੱਚੇ ਨੂੰ ਖੁਦ ਜ਼ਿਆਦਾ ਤੋਂ ਜ਼ਿਆਦਾ ਕਿਰਿਆਸ਼ੀਲ ਬਣਾਉਣਾ ਕਿਉਂਕਿ ਲੈਂਗੁਏਜ ਹੈ, ਜਿੰਨਾ ਉਹ ਰੈਗੂਲਰ ਲਾਈਫ ਦੇ ਵਿੱਚ ਯੂਜ਼ ਕਰੇਗਾ ਓਨਾ ਉਹ ਸਿੱਖੇਗਾ। ਠੀਕ ਹੈ, ਤਾਂ ਬਿਲਕੁਲ ਅੱਗੇ ਅਗਰ ਆਪਾਂ ਗੱਲ ਕਰੀਏ ਸ਼ਖਸੀਅਤ ਦਾ ਵਿਕਾਸ ਕਰਨਾ। ਆਫਟਰ ਦੈਟ ਅਗਰ ਆਪਾਂ ਦੇਖੀਏ ਤਾਂ ਉਸ ਤੋਂ ਬਾਅਦ ਕਿਹੜਾ ਆ ਜਾਂਦਾ, ਬਿਲਕੁਲ ਬੇਸਿਕ ਜਿਹੀਆਂ ਗੱਲਾਂ ਨੇ ਸਾਰੀਆਂ। ਕਠਿਨਾਈ ਹੋ ਜਾਂਦੀ ਹੈ ਜਿਵੇਂ ਕਿ ਸਮਾਜਿਕ, ਸਰੀਰਕ, ਠੀਕ ਹੈ, ਇਹਨਾਂ ਨੂੰ ਦੂਰ ਕਰਨਾ। ਤਾਂ ਬਿਲਕੁਲ ਇਹੀ ਤਾਂ ਮੇਨ ਪੁਆਇੰਟ ਆਪਣਾ। ਠੀਕ ਹੈ, ਆਪਾਂ ਸਿੱਖਿਆ ਕਿਉਂ ਦੇ ਰਹੇ ਤਾਂ ਕਿ ਉਹਨਾਂ ਦੀ ਕਠਿਨਾਈਆਂ ਚਾਹੇ ਉਹ ਸਮਾਜਿਕ ਹੋਵੇ, ਚਾਹੇ ਸਰੀਰਕ ਹੋਵੇ, ਚਾਹੇ ਮਾਨਸਿਕ ਹੋਵੇ, ਚਾਹੇ ਸੰਵੇਗਾਤਮਕ ਹੋਵੇ। ਠੀਕ ਹੈ, ਅਗਰ ਬੱਚਾ ਥੋੜ੍ਹਾ ਈਗੋਸੈਂਟਰਿਕ ਹੈ ਜਾਂ ਸ਼ਾਈ ਨੇਚਰ ਦਾ ਤਾਂ ਉਸਨੂੰ ਠੀਕ ਕਰਨਾ। ਸਮਾਜਿਕ ਮਤਲਬ ਸੁਸਾਇਟੀ ਦੇ ਵਿੱਚ ਥੋੜ੍ਹਾ ਜਿਹਾ ਅਗਰ ਆਪਾਂ ਕਹਿ ਸਕਦੇ ਹਾਂ ਕਿ ਉਸਦਾ ਸਮਾਜ ਦੇ ਕਰਕੇ ਉਸਦਾ ਜੋ ਆਪਾਂ ਕਹਿ ਸਕਦੇ ਹਾਂ ਕਿ ਭਾਸ਼ਾ ਸਿੱਖਣ ਦੇ ਵਿੱਚ ਉਸਨੂੰ ਪ੍ਰੋਬਲਮ ਹੋ ਰਹੀ ਹੈ, ਉਸਨੂੰ ਸਰੀਰਕ ਉਸਦੀ ਜੋ ਵੀ ਪ੍ਰੋਬਲਮ ਹੈ ਉਸਨੂੰ
ਇਲਾਜ ਕਰਵਾਉਣਾ ਉਸਦਾ ਜਾਂ ਮਾਨਸਿਕ, ਠੀਕ ਹੈ। ਤੇ ਕਿਸੇ ਵੀ ਤਰੀਕੇ ਨਾਲ ਆਪਾਂ ਸਾਰਾ ਡਿਟੇਲ ਦੇ ਵਿੱਚ ਪੜ੍ਹਿਆ ਹੋਇਆ ਕਿ ਕਿਹੜੇ ਪ੍ਰੋਬਲਮਸ ਹੁੰਦੀਆਂ ਨੇ, ਤਾਂ ਹਰ ਇੱਕ ਕਠਿਨਾਈ ਨੂੰ ਕੀ ਕੀਤਾ ਜਾਵੇ, ਦੂਰ ਕੀਤਾ ਜਾਵੇ। ਅਸਲੀ ਪ੍ਰਤਿਭਾ ਨੂੰ ਪਹਿਚਾਣ ਕੇ ਉਹਨਾਂ ਦਾ ਕੀ ਕਰਨਾ, ਵਿਕਾਸ ਕਰਨਾ। ਬੱਚੇ ਦੀ ਮੇਨ ਕੁਆਲਿਟੀ ਕਿਹੜੀ ਹੈ ਉਸਨੂੰ ਪਹਿਚਾਨਣਾ ਤੇ ਉਸ ਉੱਪਰ ਜ਼ਿਆਦਾ ਜ਼ੋਰ ਦੇ ਕੇ ਉਸਨੂੰ ਜ਼ਿਆਦਾ ਵਿਕਸਿਤ ਕਰਨਾ, ਠੀਕ ਹੈ। ਦੋਸ਼ ਤੇ ਅਸ਼ੁੱਧੀਆਂ ਪ੍ਰਤੀ ਉਸਨੂੰ ਸੁਚੇਤ ਕਰਨਾ ਕਿ ਹਾਂਜੀ ਬੱਚੇ ਨੂੰ, ਸਟੂਡੈਂਟ ਨੂੰ ਖੁਦ ਨੂੰ ਵੀ ਦੱਸਣਾ ਕਿ ਬੇਟਾ ਤੁਹਾਡੀ ਇੱਥੇ ਕੀ ਹੈ ਪ੍ਰੋਬਲਮ ਹੈ, ਇੱਥੇ ਤੁਸੀਂ ਥੋੜ੍ਹਾ ਜ਼ਿਆਦਾ ਜੋ ਫੋਰ ਐਗਜ਼ਾਮਪਲ ਬੱਚਾ ਕੋਈ ਵਰਡ ਬੋਲ ਰਿਹਾ ਹੈ, ਠੀਕ ਹੈ, ਉਹ ਸਹੀ ਨਹੀਂ ਬੋਲ ਰਿਹਾ, ਤਾਂ ਬੱਚੇ ਨੂੰ ਦੱਸਣਾ ਕਿ ਤੁਸੀਂ ਇਹ ਵਰਡ ਗਲਤ ਬੋਲ ਰਹੇ ਹੋ, ਇਸ ਨੂੰ ਜਦੋਂ ਵੀ ਤੁਸੀਂ ਪ੍ਰੋਨਾਊਂਸ ਕਰਨਾ ਹੈ ਤਾਂ ਇਸ ਤਰੀਕੇ ਨਾਲ ਨਹੀਂ, ਇਸ ਤਰੀਕੇ ਨਾਲ ਕਰਨਾ ਹੈ, ਠੀਕ ਹੈ। ਤਾਂ ਧਿਆਨ ਦੇ ਕੇ ਬੋਲਣਾ ਹੈ, ਤਾਂ ਬਿਲਕੁਲ ਉਹਨਾਂ ਨੂੰ ਸੁਚੇਤ ਕਰਨਾ ਕਿ ਉਹਨਾਂ ਦੇ ਵਿੱਚ ਕਿਹੜੇ ਦੋਸ਼ ਤੇ ਅਸ਼ੁੱਧੀਆਂ ਨੇ, ਤਾਂ ਕਿ ਉਹਨਾਂ ਉੱਪਰ ਧਿਆਨ ਦੇ ਸਕਣ। ਤਾਂ ਇਹ ਸਾਰੇ ਬਹੁਤ ਜ਼ਿਆਦਾ ਇੰਪੋਰਟੈਂਟ ਕੀ ਹੋ ਜਾਂਦੇ ਨੇ, ਉਦੇਸ਼ ਆ ਜਾਂਦੇ ਨੇ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਉਪਚਾਰਿਕ ਸਿੱਖਿਆ ਦੀਆਂ ਵਿਧੀਆਂ, ਉਪਚਾਰਿਕ ਸਿੱਖਿਆ ਦੀਆਂ ਕਿਹੜੀਆਂ ਵਿਧੀਆਂ ਹੁੰਦੀਆਂ ਨੇ, ਦੇਖੋ ਬਹੁਤ ਸਾਰੀਆਂ ਆਪਾਂ ਕਹਿ ਸਕਦੇ ਹਾਂ ਕਿ ਮੇਨ ਚਲੋ ਆਪਾਂ ਪੜ੍ਹਦੇ ਹਾਂ ਇੱਥੇ ਫਸਟ ਤੋਂ ਸਟਾਰਟ ਕਰਦੇ ਹਾਂ। ਸਮੂਹਿਕ ਉਪਚਾਰ, ਠੀਕ ਹੈ, ਸਮੂਹਿਕ ਉਪਚਾਰ, ਸਮੂਹਿਕ ਰੂਪ ਵਿੱਚ ਗਲਤੀਆਂ, ਠੀਕ ਹੈ। ਸਮੂਹਿਕ ਉਪਚਾਰ ਵਿਧੀ ਦੇ ਵਿੱਚ ਕੀ ਹੁੰਦਾ, ਅਗਰ ਆਪਾਂ ਗੱਲ ਕਰੀਏ ਹੁਣ ਸਮੂਹਿਕ ਰੂਪ ਦੇ ਵਿੱਚ ਜੋ ਵੀ ਗਲਤੀਆਂ ਕੀਤੀਆਂ ਜਾਂਦੀਆਂ ਨੇ, ਜਿਵੇਂ ਬੋਲਣ, ਲਿਖਣ, ਸੁਣਨ, ਵਿਆਕਰਨ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਤਾਂ ਉਹਨਾਂ ਨੂੰ ਕਿਵੇਂ ਹੁੰਦਾ, ਉਹਨਾਂ ਨੂੰ ਬਲੈਕ ਬੋਰਡ ਦੇ ਉੱਪਰ ਕੀ ਕੀਤਾ ਜਾਵੇ, ਨੋਟ ਕੀਤਾ ਜਾਵੇ ਤੇ ਉਹਨਾਂ ਦਾ ਸ਼ੁੱਧੀਕਰਨ ਕਰਕੇ ਅਭਿਆਸ ਕਰਵਾਇਆ ਜਾਵੇ, ਠੀਕ ਹੈ। ਸਮੂਹਿਕ ਦਾ ਨਾਮ ਤੋਂ ਹੀ ਪਤਾ ਲੱਗ ਰਿਹਾ ਇੱਕ ਸਮੂਹ ਦੀ ਇੱਥੇ ਗੱਲ ਹੋ ਰਹੀ ਹੈ, ਠੀਕ ਹੈ, ਇੱਕ ਸਮੂਹ ਦੀ ਗੱਲ ਹੋ ਰਹੀ ਹੈ ਕਿ ਇੱਦਾਂ ਦੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਗਲਤੀਆਂ ਕਰ ਰਹੇ ਨੇ, ਜਿਨ੍ਹਾਂ ਸਾਰਿਆਂ ਦੀ ਤੁਸੀਂ ਸਪੈਸ਼ਲ ਐਜੂਕੇਸ਼ਨ ਉਹਨਾਂ ਨੂੰ ਦੇ ਰਹੇ ਹੋ, ਤਾਂ ਉਹਨਾਂ ਸਾਰਿਆਂ ਦੇ ਬੋਲਣ ਲਿਖਣ ਸੰਬੰਧੀ ਜੋ ਵੀ ਹੋਏਗਾ ਉਹਨਾਂ ਨੂੰ ਬਲੈਕ ਬੋਰਡ ਦੇ ਉੱਪਰ ਨੋਟ ਕਰਵਾ ਕੇ ਉਹਨਾਂ ਨੂੰ ਦੱਸਣਾ ਔਰ ਬਾਰ-ਬਾਰ ਉਹਨਾਂ ਨੂੰ ਲਿਖਣ ਲਈ ਨਾਲ ਕਹਿਣਾ ਕਿ ਉਹ ਇਹਨਾਂ ਗਲਤੀਆਂ ਨੂੰ ਵਿੱਚ ਸੁਧਾਰ ਕਰ ਸਕਣ, ਠੀਕ ਹੈ। ਇਹ ਤਾਂ ਹੋ ਗਿਆ ਸਮੂਹ, ਜਦੋਂ ਤੁਸੀਂ ਕਾਫੀ ਸਾਰੇ ਬੱਚਿਆਂ ਨੂੰ ਇਕੱਠੇ ਗਰੁੱਪ ਦੇ ਵਿੱਚ ਆਪਾਂ ਬੋਲ ਸਕਦੇ ਹਾਂ ਕਿ ਐਜੂਕੇਸ਼ਨ ਪ੍ਰੋਵਾਈਡ ਕਰਵਾ ਰਹੇ ਹੋ। ਸੈਕਿੰਡ ਦੇਖ ਪਾ ਰਹੇ ਹੋ ਤੁਸੀਂ, ਸੈਕਿੰਡ ਹੈ ਵਿਅਕਤੀਗਤ, ਸੈਕਿੰਡ ਵਨ ਇਜ਼ ਵਿਅਕਤੀਗਤ, ਠੀਕ ਹੈ ਜੀ। ਹੁਣ ਵਿਅਕਤੀਗਤ ਨਾਮ ਤੋਂ ਕਲੀਅਰ ਹੋ ਰਿਹਾ ਇੱਥੇ ਇੰਡੀਵਿਜੂਅਲ ਦੀ ਗੱਲ ਹੋ ਰਹੀ ਹੈ, ਇੱਥੇ ਦੋ ਦੀ ਗੱਲ ਨਹੀਂ ਹੋ ਰਹੀ, ਇੱਥੇ ਇੱਕ ਬੱਚੇ ਦੀ ਗੱਲ ਹੋ ਰਹੀ ਹੈ, ਇੱਥੇ ਸਮੂਹ ਦੀ ਗੱਲ ਨਹੀਂ ਹੋ ਰਹੀ। ਐਵੇਂ ਨਹੀਂ ਹੈਗਾ ਕਿ 6, 7 ਜਾਂ 10, 11 ਬੱਚੇ ਨੇ ਤੁਹਾਡੇ ਕੋਲੇ, ਠੀਕ ਹੈ, ਤੁਸੀਂ ਸਿਰਫ ਇੱਕ ਬੱਚੇ, ਇੱਕ ਸਟੂਡੈਂਟ ਤੁਸੀਂ ਦੇਖ ਪਾ ਰਹੇ ਹੋ ਕਿ ਸਾਰੇ ਕਲਾਸ ਨੇ ਅੱਛੇ ਤਰੀਕੇ ਨਾਲ ਮਤਲਬ ਸਿੱਖ ਲਿਆ ਹੈ ਲੈਂਗੁਏਜ ਨੂੰ, ਬਟ ਜੋ ਇੱਕ ਬੱਚਾ ਹੈ ਉਸਨੂੰ ਕਿਤੇ ਨਾ ਕਿਤੇ ਪ੍ਰੋਬਲਮ ਹੋ ਰਹੀ ਹੈ, ਤਾਂ ਤੁਸੀਂ ਉੱਥੇ ਕੀ ਕਰੋਗੇ, ਤਾਂ ਉਸ ਬੱਚੇ ਦੇ ਤੁਸੀਂ ਵਿਅਕਤੀਗਤ ਰੂਪ ਦੇ ਵਿੱਚ ਉਸਨੂੰ ਕੀ ਕਰੋਗੇ, ਉਸਦੀਆਂ ਪ੍ਰੋਬਲਮਸ ਨੂੰ ਸੋਲਵ ਕਰੋਗੇ। ਇਹੀ ਸੋਚ ਕੇ ਨਹੀਂ ਛੱਡ ਦਿੱਤਾ ਜਾਏਗਾ ਚਲੋ ਇੱਕ ਤਾਂ ਸਟੂਡੈਂਟ ਹੈ ਕੀ ਫਰਕ ਪੈਂਦਾ ਹੈ ਨਾ, ਬਿਲਕੁਲ ਨਹੀਂ, ਉਸ ਬੱਚੇ ਦੇ ਉੱਪਰ ਵੀ ਪੂਰਾ ਓਨਾ ਹੀ ਫੋਕਸ ਦਿੱਤਾ ਜਾਏਗਾ, ਬਲਕਿ ਇੰਡੀਵਿਜੂਅਲ ਵੇ ਦੇ ਨਾਲ ਉਸਨੂੰ ਉਸਦੇ ਜੋ ਵੀਕ ਪੁਆਇੰਟਸ ਨੇ ਜਾਂ ਉਸਦੀਆਂ ਜੋ ਕਮੀਆਂ ਨੇ ਉਸਨੂੰ ਦੂਰ ਕਰਨ ਲਈ ਉਸਦੇ ਉੱਪਰ ਜ਼ਿਆਦਾ ਧਿਆਨ ਦਿੱਤਾ ਜਾਏਗਾ, ਠੀਕ ਹੈ। ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਹੈ। ਇੱਕ ਬੱਚੇ ਦੀਆਂ ਮਤਲਬ ਕਲਾਸ ਵਿੱਚ ਜਿੰਨੇ ਵੀ ਬੱਚੇ ਨੇ ਜਾਂ ਜਿੰਨੇ ਵੀ ਬੱਚੇ ਨੂੰ ਤੁਸੀਂ ਐਜੂਕੇਸ਼ਨ ਪ੍ਰੋਵਾਈਡ ਕਰਵਾ ਰਹੇ ਹੋ, ਜੋ ਸਿਖਾ ਰਹੇ ਹੋ ਲੈਂਗੁਏਜ, ਠੀਕ ਹੈ, ਤਾਂ ਹਰ ਇੱਕ ਬੱਚੇ ਦੀ ਵਿਅਕਤੀਗਤ ਰੂਪ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਨੂੰ ਸਿਖਾਉਣਾ, ਠੀਕ ਹੈ ਜੀ। ਨਵੀਨ ਵਿਧੀਆਂ ਕਿਹੜੀਆਂ ਆ ਜਾਂਦੀਆਂ ਨੇ, ਹੁਣ ਜਿਵੇਂ ਫੋਰ ਐਗਜ਼ਾਮਪਲ ਸਹਾਇਕ, ਜਿਹੜੇ ਕਿ ਆਪਾਂ ਬਹੁਤ ਸਾਰੇ ਇੱਦਾਂ ਦੇ ਬੱਚੇ ਹੁੰਦੇ ਨੇ ਜੋ ਐਕਟੀਵਿਟੀਜ਼ ਨਾਲ ਬੜੀ ਜਲਦੀ ਸਿੱਖਦੇ ਨੇ, ਠੀਕ ਹੈ। ਕੰਪੈਰੀਜ਼ਨ ਨੂੰ ਬੋਲ ਕੇ ਜਾਂ ਬਲੈਕ ਬੋਰਡ 'ਤੇ ਜਾਂ ਫਿਰ ਅਗਰ ਆਪਾਂ ਗੱਲ ਕਰੀਏ ਪੜ੍ਹ ਕੇ ਇਹਨਾਂ ਦੇ ਕੰਪੈਰੀਜ਼ਨ, ਠੀਕ ਹੈ। ਤਾਂ ਇਸ ਤਰੀਕੇ ਨਾਲ ਪਿੰਨ ਟਾਈਮ ਟੂ ਟਾਈਮ ਆਪਾਂ ਨੂੰ ਨਾਲ ਐਕਟੀਵਿਟੀਜ਼ ਨੂੰ ਵੀ ਇਕੁਅਲ ਰੱਖਣਾ ਚਾਹੀਦਾ ਹੈ। ਜਿਵੇਂ ਬਹੁਤ ਸਾਰੇ ਇੱਦਾਂ ਦੇ ਸਾਧਨ ਹੁੰਦੇ ਨੇ ਜਿਨ੍ਹਾਂ ਨਾਲ ਬੱਚੇ ਸਿੱਖਦੇ ਨੇ, ਲਿੰਗੁਆਫੋਨ ਹੋ ਗਿਆ, ਗ੍ਰਾਮੋਫੋਨ ਹੋ ਗਿਆ, ਕੰਪਿਊਟਰ ਹੋ ਗਿਆ, LCD ਹੋ ਗਿਆ, ਠੀਕ ਹੈ। ਤਾਂ ਇਹਨਾਂ ਚੀਜ਼ਾਂ ਨਾਲ ਬੱਚੇ ਥੋੜ੍ਹੇ ਇੰਟਰਸਟ ਲੈ ਕੇ ਵੀ ਸਿੱਖਦੇ ਨੇ, ਠੀਕ ਹੈ। ਤਾਂ ਉਹਨਾਂ ਨੂੰ ਇਹਦੇ ਵਿੱਚ ਜੇਕਰ ਕਿਊਰੀਓਸਿਟੀ ਦੀ ਕਮੀ ਹੈ ਤਾਂ ਇਹਨਾਂ ਚੀਜ਼ਾਂ ਨਾਲ ਉਹਨਾਂ ਦੀ ਕਿਊਰੀਓਸਿਟੀ ਨੂੰ ਵਧਾਇਆ ਜਾ ਸਕਦਾ ਹੈ, ਠੀਕ ਹੈ। ਤਾਂ ਬਿਲਕੁਲ ਇਹ ਵਿਧੀਆਂ ਨੇ ਜੋ ਯੂਜ਼ਫੁਲ ਰਹਿੰਦੀਆਂ ਨੇ, ਮਤਲਬ ਟੀਚਰ ਜੋ ਆਪਾਂ ਕਹਿੰਦੇ ਨੇ ਟੀਚਿੰਗ ਏਡਸ, ਰਾਈਟ, ਉਹਨਾਂ ਦਾ ਯੂਜ਼ ਕਰਨਾ। ਇਸ ਤੋਂ ਇਲਾਵਾ ਹੋਰ ਕਿਹੜੇ ਵਿਧੀ ਆ ਜਾਂਦੇ ਨੇ, ਜਿਵੇਂ ਮਾਸਟਰ ਸਿੱਖਣ ਵਿਧੀ, ਠੀਕ ਹੈ, ਅਨੁਵਰਕ ਅਧਿਆਪਨ ਹੋ ਜਾਂਦਾ ਹੈ, ਨਿਗਰਾਨਿਕ ਅਧਿਐਨ ਹੋ ਜਾਂਦਾ ਹੈ, ਪ੍ਰੋਗਰਾਮ ਅਧਿਐਨ ਹੋ ਜਾਂਦਾ ਹੈ, ਠੀਕ ਹੈ। ਕਿਰਿਆਸ਼ੀਲ ਮਤਲਬ ਬੱਚੇ ਐਕਟੀਵਿਟੀਜ਼ ਕਰਨ, ਠੀਕ ਹੈ, ਬੱਚੇ ਤੋਂ ਕਿਰਿਆਵਾਂ ਕਰਵਾਉਣਾ, ਪ੍ਰੋਗਰਾਮ ਹੋ ਗਏ, ਠੀਕ ਹੈ। ਇਹ ਸਾਰੀਆਂ ਐਕਟੀਵਿਟੀਜ਼ ਮਤਲਬ ਆਪਾਂ ਕਹਿ ਦਿੰਦੇ ਹਾਂ ਕਿ ਜੋ ਵਿਧੀਆਂ ਨੇ ਇਹਨਾਂ ਦਾ ਯੂਜ਼ ਕੀਤਾ ਜਾਣਾ ਚਾਹੀਦਾ, ਠੀਕ ਹੈ। ਅਭਿਕ੍ਰਮਿਤ ਹੋ ਗਿਆ, ਮਤਲਬ ਬੱਚੇ ਆਪਣੇ ਆਪ ਦਾ ਖੁਦ ਅਧਿਐਨ ਕਰਨ, ਠੀਕ ਹੈ, ਬੱਚੇ ਆਪਣੀਆਂ ਕਮੀਆਂ ਨੂੰ ਖੁਦ ਫਾਈਂਡ ਆਊਟ ਕਰਨ ਕਿ ਹਾਂਜੀ ਮੇਰੇ 'ਚ ਇਹ ਵੀਕ ਪੁਆਇੰਟ ਹੈ। ਜਦੋਂ ਉਹਨਾਂ ਨੂੰ ਆਪਣੀ ਕਮੀਆਂ ਖੁਦ ਫਾਈਂਡ ਕਰਨਗੇ ਤਾਂ ਉਸਨੂੰ ਆਪਾਂ ਕੀ ਬੋਲਦੇ ਹਾਂ, ਅਭਿਕ੍ਰਮਿਤ ਬੋਲਦੇ ਹਾਂ, ਠੀਕ ਹੈ ਜੀ। ਕਿਰਿਆਸ਼ੀਲ ਹੋਣ, ਐਕਟੀਵਿਟੀਜ਼ ਨੂੰ ਕਰਵਾਉਣਾ, ਪ੍ਰੋਗਰਾਮ ਇੱਦਾਂ ਦੇ ਕਰਵਾਉਣੇ ਕਿ ਜਿਹਦੇ ਵਿੱਚ ਬੱਚੇ ਐਜ਼ ਅ ਕੰਪੀਟੀਸ਼ਨ ਆਪਾਂ ਬੋਲ ਸਕਦੇ ਹਾਂ, ਠੀਕ ਹੈ। ਤਾਂ ਬਿਲਕੁਲ ਇਹ ਸਾਰਾ ਕੁਛ ਇਹਦੇ ਵਿੱਚ ਕਵਰ ਹੁੰਦਾ ਹੈ। ਤਾਂ ਬਿਲਕੁਲ ਡਿਫਰੈਂਟ ਜੋ ਵਿਧੀਆਂ ਨੇ ਉਹ ਆਪਾਂ ਯੂਜ਼ ਕਰਦੇ ਹਾਂ ਜਿਹਦੇ ਨਾਲ ਬੱਚੇ ਸਿੱਖਦੇ ਨੇ, ਠੀਕ ਹੈ। ਤਾਂ ਇਹ ਇੰਨੀਆਂ ਕੁਛ ਆਪਾਂ ਨਹੀਂ ਕਹਾਂਗੇ ਕਿ ਜ਼ਿਆਦਾ ਇੰਪੋਰਟੈਂਟ ਹੈ। ਮੇਨ ਆਪਣਾ ਫੋਕਸ ਕਿਤੇ ਹੋਣਾ ਚਾਹੀਦਾ ਕਿ ਇਹਨਾਂ 'ਤੇ ਵਿਅਕਤੀਗਤ, ਨਵੀਨ ਅਤੇ ਅਗਰ ਆਪਾਂ ਗੱਲ ਕਰੀਏ ਔਰ ਸਮੂਹਿਕ ਦੇ ਉੱਪਰ, ਠੀਕ ਹੈ ਜੀ। ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਉਪਚਾਰਿਕ ਸਿੱਖਿਆ ਦੇ ਕੀ ਲਾਭ ਹੁੰਦੇ ਨੇ ਅਤੇ ਕੀ ਮਹੱਤਵ ਹੁੰਦੇ ਨੇ। ਹੁਣ ਦੇਖੋ ਉਪਚਾਰਿਕ ਸਿੱਖਿਆ ਦੇ ਲਾਭ ਵੀ ਹੁੰਦੇ ਨੇ, ਮਹੱਤਵ ਵੀ ਹੁੰਦੇ ਨੇ, ਕਿਹੜੇ ਹੁੰਦੇ ਨੇ ਉਹ ਦੇਖ ਲੈਂਦੇ ਹਾਂ ਕਿ ਅਗਰ ਬੱਚੇ ਨੂੰ ਤੁਸੀਂ ਵਧੀਆ ਐਜੂਕੇਸ਼ਨ ਦਿਓ ਤਾਂ ਓਬਵੀਅਸਲੀ ਉਹਦੇ ਲਾਭ ਤਾਂ ਹੋਣਗੇ, ਠੀਕ ਹੈ। ਤਾਂ ਦੋਸ਼ਾਂ ਦਾ ਪਤਾ ਲਗਾਉਣਾ ਅਤੇ ਹੱਲ ਕਰਨਾ, ਠੀਕ ਹੈ। ਹੁਣ ਜਿਵੇਂ ਬੱਚੇ ਨੂੰ ਸਭ ਤੋਂ ਪਹਿਲਾਂ ਤਾਂ ਇਹਦਾ ਲਾਭ ਕੀ ਹੈ ਕਿ ਆਪਾਂ ਬੱਚੇ ਦੇ ਅੰਦਰ ਕਮੀਆਂ ਵੀ ਲੱਭਦੇ ਹਾਂ, ਬੱਚੇ ਦੇ ਅੰਦਰ ਦੋਸ਼ ਲੱਭਦੇ ਹਾਂ, ਫਿਰ ਉਹਨਾਂ ਨੂੰ ਆਪਾਂ ਸੋਲਵ ਵੀ ਕਰਦੇ ਹਾਂ।
ਹੁਣ ਦੋਸ਼ ਕਿਸ ਤਰੀਕੇ ਨਾਲ ਹੋ ਸਕਦੇ ਨੇ, ਵਿਸ਼ਾ ਵਸਤੂ ਸੰਬੰਧੀ ਦੋਸ਼ ਹੋ ਸਕਦੇ ਨੇ। ਹੋ ਸਕਦਾ ਬੱਚਾ ਸਿਰਫ ਪਾਠਕ੍ਰਮ ਵਾਲੀਆਂ ਮਤਲਬ ਆਪਾਂ ਕਹੀਏ ਕਿ ਸਿਰਫ ਪਾਠਕ੍ਰਮ ਦੇ ਵਿੱਚ ਜਾਂ ਵਿਸ਼ਾ ਵਸਤੂ ਦੇ ਵਿੱਚ ਥੋੜ੍ਹਾ ਵੀਕ ਹੈ, ਬਟ ਬਾਕੀ ਐਕਟੀਵਿਟੀਜ਼ ਦੇ ਵਿੱਚ ਬਹੁਤ ਇੱਦਾਂ ਦੇ ਬਹੁਤ ਸਾਰੇ ਸਟੂਡੈਂਟ ਹੁੰਦੇ ਨੇ, ਠੀਕ ਹੈ। ਕਾਰਜ ਸੰਪਾਦਨ ਸੰਬੰਧੀ ਜੋ ਦੋਸ਼ ਨੇ ਉਹਨਾਂ ਦਾ ਪਤਾ ਲਗਾਇਆ ਜਾ ਸਕਦਾ ਜੇਕਰ ਉਹ ਸ਼ਬਦ ਅਸ਼ੁੱਧ ਲਿਖ ਰਿਹਾ, ਠੀਕ ਹੈ, ਜਿਹਨੂੰ ਆਪਾਂ ਸਪੈਲਿੰਗ ਮਿਸਟੇਕ ਬੋਲਦੇ ਨੇ, ਠੀਕ ਹੈ। ਜਾਂ ਫਿਰ ਹੋਰ ਕਿਸ ਤਰੀਕੇ ਦਾ ਉਦੇਸ਼ ਦੋਸ਼ ਹੋ ਸਕਦਾ, ਉਚਾਰਨ ਦੋਸ਼, ਠੀਕ ਹੈ, ਕਿ ਬੋਲ ਨਹੀਂ ਸਹੀ ਤਰੀਕੇ ਨਾਲ, ਪ੍ਰੋਨਾਊਂਸੀਏਸ਼ਨ ਨਹੀਂ ਉਹਦੀ ਸਹੀ ਹੈਗੀ, ਠੀਕ ਹੈ। ਮਨ ਵਿੱਚ ਬੈਠੀਆਂ ਗਲਤ ਧਾਰਨਾਵਾਂ, ਬਹੁਤ ਸਾਰੇ ਬੱਚੇ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਵਿੱਚ ਸੈਲਫ ਕੌਨਫੀਡੈਂਸ ਨਹੀਂ ਹੁੰਦਾ ਔਰ ਉਹਨਾਂ ਦੇ ਵਿੱਚ ਇੱਦਾਂ ਦੀਆਂ ਧਾਰਨਾਵਾਂ ਬੈਠੀਆਂ ਹੋਈਆਂ ਹੁੰਦੀਆਂ ਨੇ, ਕਿਤੇ ਨਾ ਕਿਤੇ ਉਹ ਮੰਨ ਚੁੱਕੇ ਹੁੰਦੇ ਨੇ ਕਿ ਉਹ ਕੁਝ ਨਹੀਂ ਕਰ ਸਕਣਗੇ, ਠੀਕ ਹੈ। ਅਤੇ ਇਹਨਾਂ ਇੱਥੇ ਕੀ ਹੋ ਜਾਂਦਾ, ਬੱਚੇ ਦੇ ਅੰਦਰ ਜੋ ਸੈਲਫ ਕੌਨਫੀਡੈਂਸ ਉਹ ਘੱਟ ਜਾਂਦਾ, ਜਿਹਦੇ ਕਰਕੇ ਬੱਚਾ ਸ਼ਾਇਦ ਮਿਹਨਤ ਵੀ ਨਹੀਂ ਕਰਨਾ ਚਾਹੁੰਦਾ। ਤਾਂ ਇੱਦਾਂ ਦੀਆਂ ਧਾਰਨਾਵਾਂ ਨੂੰ ਜਾਂ ਫਿਰ ਹੋਰ ਅਗਰ ਆਪਾਂ ਗੱਲ ਕਰੀਏ ਕੰਪਨੀ ਵਗੈਰਾ ਦਾ ਫਰਕ ਕਰਕੇ ਬਹੁਤ ਸਾਰੇ ਬੱਚੇ ਨੇ ਜੋ ਸਹੀ ਤਰੀਕੇ ਨਾਲ, ਠੀਕ ਹੈ, ਤਾਂ ਉਹਨਾਂ ਸਾਰੀਆਂ ਧਾਰਨਾਵਾਂ ਵੀ ਇੱਕ ਦੋਸ਼ ਦੇ ਵਿੱਚ ਹੀ ਆਉਂਦੀਆਂ ਨੇ ਜੋ ਕਿ ਕਿਤੇ ਨਾ ਕਿਤੇ ਸਿੱਖਣ ਦੇ ਵਿੱਚ ਕੀ ਬਣਦੀਆਂ ਨੇ, ਰੁਕਾਵਟ ਬਣਦੀਆਂ ਨੇ। ਮਾਨਸਿਕ ਦੋਸ਼ ਵੀ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਮਾਨਸਿਕ ਦੋਸ਼ ਇਸ ਦਾ ਹੀ ਇੱਕ ਪਾਰਟ ਹੋਏਗਾ। ਸਰੀਰਕ ਦੋਸ਼, ਠੀਕ ਹੈ, ਜਿਵੇਂ ਤੁਤਲਾਣਾ, ਹਕਲਾਣਾ, ਜਿਹਦੇ ਕਰਕੇ ਬੱਚੇ ਸਹੀ ਪ੍ਰੋਨਾਊਂਸੀਏਸ਼ਨ ਨਹੀਂ ਕਰ ਪਾਉਂਦੇ। ਤਾਂ ਜਦੋਂ ਆਪਾਂ ਨੂੰ ਇਹਨਾਂ ਦੋਸ਼ਾਂ ਬਾਰੇ ਪਤਾ ਲੱਗ ਜਾਂਦਾ, ਇਹਨਾਂ ਡਿਸਕੁਆਲਿਟੀਜ਼ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕਮੀਆਂ ਬਾਰੇ ਪਤਾ ਲੱਗ ਜਾਂਦਾ, ਤਾਂ ਆਪਾਂ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ। ਤਾਂ ਇਹੀ ਸਭ ਤੋਂ ਪਹਿਲਾ ਲਾਭ ਹੋ ਜਾਂਦਾ ਕਿ ਇਹਦਾ ਨਿਦਾਨਾਤਮਕ ਉਹਦਾ ਸਿੱਖਿਆ ਦਾ, ਠੀਕ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਸਰਵਪੱਖੀ ਵਿਕਾਸ ਵਿੱਚ ਸਹਾਇਤਾ ਕਰਦਾ ਹੈ। ਸਰਵਪੱਖੀ ਵਿਕਾਸ ਦਾ ਮਤਲਬ ਇਹ ਹੁੰਦਾ ਕਿ ਬੱਚੇ ਦਾ ਹਰ ਪੱਖ ਤੋਂ ਕੀ ਹੋਣਾ ਚਾਹੀਦਾ, ਵਿਕਾਸ ਹੋ ਜਾਂਦਾ ਹੈ, ਵਿਕਾਸ ਹੁੰਦਾ ਹੈ, ਠੀਕ ਹੈ। ਫੋਰ ਐਗਜ਼ਾਮਪਲ ਅਗਰ ਤੁਸੀਂ ਬੱਚੇ ਨੂੰ ਕੁਝ ਐਜੂਕੇਸ਼ਨ ਪ੍ਰੋਵਾਈਡ ਕਰਵਾ ਰਹੇ ਹੋ, ਠੀਕ ਹੈ, ਤੁਸੀਂ ਉਸਦਾ ਮੁਲਾਂਕਣ ਕਰਦੇ ਹੋ, ਜਾਂਚ ਕਰਦੇ ਹੋ, ਠੀਕ ਹੈ। ਮੁਲਾਂਕਣ ਦੇਖੋ, ਮੁਲਾਂਕਣ ਦੇ ਵਿੱਚ ਹਰ ਤਰੀਕੇ ਦਾ ਆ ਜਾਂਦਾ ਹੈ, ਠੀਕ ਹੈ, ਸਿਰਫ ਪਾਠਕ੍ਰਮ ਤੱਕ ਸੀਮਿਤ ਨਹੀਂ ਹੁੰਦਾ। ਫਿਰ ਉਸ ਤੋਂ ਬਾਅਦ ਅਗਰ ਆਪਾਂ ਦੇਖਦੇ ਹਾਂ ਮੁਲਾਂਕਣ ਕਰਨ ਤੋਂ ਬਾਅਦ ਆਪਾਂ ਨੂੰ ਪਤਾ ਲੱਗਦਾ ਕਿ ਹਾਂਜੀ ਇਸ ਬੱਚੇ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਵੀ ਫੀਲਡ ਦੇ ਵਿੱਚ ਹੋ ਸਕਦਾ, ਸਮਾਜਿਕ ਹੋ ਸਕਦਾ, ਸੰਵੇਗਾਤਮਕ ਹੋ ਸਕਦਾ, ਵਿਵਹਾਰ ਹੋ ਸਕਦਾ ਹੈ, ਠੀਕ ਹੈ, ਸਰੀਰਕ ਹੋ ਸਕਦਾ ਹੈ, ਮੈਂਟਲੀ ਹੋ ਸਕਦਾ, ਕਿਸੇ ਵੀ ਤਰੀਕੇ ਦਾ ਹੋ ਸਕਦਾ ਹੈ, ਠੀਕ ਹੈ। ਕਿਤੇ ਨਾ ਕਿਤੇ ਉਸਦੇ ਵਿੱਚ ਜੋ ਸਿੱਖਣ ਦੇ ਵਿੱਚ ਇੱਥੇ ਜੋ ਕਮੀ ਹੈ ਉਹ ਰਹੀ ਹੈ, ਠੀਕ ਹੈ। ਫਿਰ ਆਪਾਂ ਕੀ ਕਰਦੇ ਹਾਂ, ਜਾਂਚ ਕਰਦੇ ਹਾਂ, ਤਫਤੀਸ਼ ਕਰਦੇ ਹਾਂ ਤਾਂ ਕਿ ਉਸਦੀ ਕਮੀ ਨੂੰ ਲੱਭਿਆ ਜਾ ਸਕੇ ਕਿ ਹਾਂਜੀ ਕਿੱਥੇ ਵੀਕ ਪੁਆਇੰਟ ਹੈ, ਠੀਕ ਹੈ। ਤਾਂ ਮਤਲਬ ਇਹ ਸਰਵਪੱਖੀ ਦਾ ਮਤਲਬ ਇਹ ਹੋ ਜਾਂਦਾ ਸਿਰਫ ਪਾਠਕ੍ਰਮ ਤੱਕ ਸੀਮਿਤ ਨਹੀਂ ਆ, ਹਰ ਇੱਕ ਪੱਖ ਨੂੰ ਜਾਂਚਿਆ ਜਾਂਦਾ ਅਤੇ ਹਰ ਇੱਕ ਪੱਖ ਦੇ ਵਿੱਚ ਜੋ ਵੀ ਕਮੀ ਜਾਂ ਜੋ ਵੀ ਮੁਸ਼ਕਿਲ ਹੈ ਉਸ ਨੂੰ ਦੂਰ ਕਰਨ ਦੀ ਜੋ ਕਿ ਕੀਤੀ ਜਾਂਦੀ ਹੈ, ਕੋਸ਼ਿਸ਼ ਕੀਤੀ ਜਾਂਦੀ ਹੈ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ, ਬਿਲਕੁਲ ਇਹ ਤਾਂ ਬਹੁਤ ਇੰਪੋਰਟੈਂਟ ਇਹਦੇ ਵਿੱਚ ਪਾਰਟ ਆ ਜਾਂਦਾ ਕਿ ਸਿੱਖਿਆ ਦੇ ਨਾਲ ਕੀ ਬਣਦੀ ਹੈ, ਪ੍ਰਭਾਵਸ਼ਾਲੀ ਬਣਦੀ ਹੈ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਨਿਦਾਨਾਤਮਕ ਸਿੱਖਿਆ ਦੀ ਲੋੜ ਕੀ ਹੈ, ਹੁਣ ਇਸ ਸਿੱਖਿਆ ਦੀ ਆਪਾਂ ਨੂੰ ਜ਼ਰੂਰਤ ਕਿਉਂ ਪਈ, ਠੀਕ ਹੈ। ਇਹ ਚੀਜ਼ ਦੇਖ ਲੈਂਦੇ ਹਾਂ, ਵਾਚਨ ਦੀਆਂ ਅਸ਼ੁੱਧੀਆਂ ਨੂੰ ਠੀਕ ਕਰਨਾ। ਹੁਣ ਦੇਖੋ, ਵਾਚਨ ਦੀਆਂ ਅਸ਼ੁੱਧੀਆਂ ਨੂੰ ਠੀਕ ਕਰਨਾ ਮਤਲਬ ਜੇਕਰ ਬੱਚਾ ਸਹੀ ਤਰੀਕੇ ਨਾਲ ਪ੍ਰੋਨਾਊਂਸ ਨਹੀਂ ਕਰ ਰਿਹਾ ਤਾਂ ਉਸਨੂੰ ਠੀਕ ਕੀਤਾ ਜਾਵੇ, ਬੱਚਾ ਸਹੀ ਤਰੀਕੇ ਨਾਲ ਨਹੀਂ ਲਿਖ ਰਿਹਾ ਉਸਨੂੰ ਠੀਕ ਕੀਤਾ ਜਾਵੇ, ਬੱਚਾ ਅੱਖਰਾਂ ਦਾ ਨਿਰਮਾਣ ਨਹੀਂ ਸਹੀ ਤਰੀਕੇ ਨਾਲ ਕਰ ਰਿਹਾ, ਲਿਖਣ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸ਼ਬਦ ਅੱਖਰਾਂ ਨੂੰ ਜੋੜ ਕੇ ਸ਼ਬਦ ਗਲਤ ਬਣਾ ਰਿਹਾ ਹੈ, ਠੀਕ ਹੈ, ਤੁਸੀਂ ਉਸਨੂੰ ਰਕਮ ਕਹਿ ਰਹੇ ਹੋ, ਠੀਕ ਹੈ, ਤੁਸੀਂ ਬੋਲ ਰਹੇ ਹੋ ਕਿ ਰਕਮ ਲਿਖੋ ਬਟ ਉਹ ਕਰਮ ਲਿਖ ਰਿਹਾ, ਮਤਲਬ ਉਸਦੇ ਜੋ ਲਿਖਣ ਦੇ ਵਿੱਚ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਸਮਝ ਪਾ ਰਿਹਾ ਲੈਂਗੁਏਜ ਨੂੰ, ਠੀਕ ਹੈ, ਅੱਖਰਾਂ ਦਾ ਜੋੜ ਨਹੀਂ ਕਰ ਪਾ ਰਿਹਾ। ਵਿਆਕਰਨ ਸੰਬੰਧੀ ਅਸ਼ੁੱਧੀਆਂ ਹੁੰਦੀਆਂ ਨੇ, ਵਿਆਕਰਨ ਸੰਬੰਧੀ ਅਸ਼ੁੱਧੀਆਂ ਦਾ ਮਤਲਬ ਇਹ ਆ ਜਾਂਦਾ ਹੈ ਕਿ ਗ੍ਰਾਮਰ ਨਹੀਂ ਸਹੀ ਤਰੀਕੇ ਨਾਲ ਯੂਜ਼ ਕਰ ਰਿਹਾ, ਠੀਕ ਹੈ, ਰਹੀ ਹੈ ਕਿੱਥੇ ਲਗਾਉਣਾ ਹੈ, ਰਿਹਾ ਕਿੱਥੇ ਲਗਾਉਣਾ ਹੈ, ਨਾਵ ਪੜਨਾਵ, ਇਹਨਾਂ ਚੀਜ਼ਾਂ ਬਾਰੇ ਸ਼ਾਇਦ ਉਹਨੂੰ ਇੰਨਾ ਨਹੀਂ ਸਮਝ ਪਾ ਰਿਹਾ ਉਹਨਾਂ ਨੂੰ, ਠੀਕ ਹੈ। ਤਾਂ ਬਿਲਕੁਲ ਇਹਨਾਂ ਸਾਰੀਆਂ ਕਮੀਆਂ ਨੂੰ ਦੂਰ ਕਰਨ ਲਈ ਕਿਤੇ ਨਾ ਕਿਤੇ ਜ਼ਰੂਰੀ ਹੋ ਜਾਂਦੀ ਹੈ ਨਿਦਾਨਾਤਮਕ ਸਿੱਖਿਆ ਜਾਂ ਉਪਚਾਰਿਕ ਸਿੱਖਿਆ, ਤਾਂ ਹੀ ਇਹਨਾਂ ਕਮੀਆਂ ਨੂੰ ਕੀ ਕੀਤਾ ਜਾ ਸਕਦਾ, ਦੂਰ ਕੀਤਾ ਜਾ ਸਕਦਾ, ਠੀਕ ਹੈ। ਇਗਨੋਰ ਕਰਕੇ ਜਾਂ ਫਿਰ ਅਗਰ ਆਪਾਂ ਕਹੀਏ ਕਿ ਬਿਲਕੁਲ ਹੀ ਚਲੋ ਕੋਈ ਗੱਲ ਨਹੀਂ ਕਹਿ ਕੇ, ਤਾਂ ਬਿਲਕੁਲ ਨਹੀਂ, ਆਪਾਂ ਜ਼ਰੂਰ ਧਿਆਨ ਦੇਣਾ ਚਾਹੀਦਾ ਇਹਨਾਂ ਸਾਰੀਆਂ ਚੀਜ਼ਾਂ ਵੱਲ, ਠੀਕ ਹੈ। ਤਾਂ ਚਲੋ ਅੱਜ ਲਈ ਬਸ ਇੰਨਾ ਹੀ ਕਰਦੇ ਹਾਂ, ਅੱਗੇ ਕੰਟੀਨਿਊ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ, ਇਸ ਟੌਪਿਕ ਨੂੰ ਹੀ ਕੰਟੀਨਿਊ ਕਰਾਂਗੇ। ਥੋੜ੍ਹੇ ਬਹੁਤ ਇਸ ਦੇ ਜੋ 2 ਤੋਂ 3 ਪੁਆਇੰਟਸ ਨੇ ਉਹ ਰਹਿੰਦੇ ਨੇ, ਕੰਪਲੀਟ ਕਰਾਂਗੇ ਇਸ ਨੂੰ, ਠੀਕ ਹੈ। ਸਲਾਈਡ ਥੋੜ੍ਹੀ ਜਿਹੀ ਇੱਧਰ ਉੱਧਰ ਹੋ ਗਈ ਜਿਹਦੇ ਕਰਕੇ ਨਹੀਂ ਆਪਾਂ ਅੱਜ ਕੰਟੀਨਿਊ ਕਰ ਪਾ ਰਹੇ, ਤਾਂ ਕੋਈ ਗੱਲ ਨਹੀਂ, ਕੱਲ੍ਹ ਨੂੰ ਇਸੇ ਟੌਪਿਕ ਨੂੰ ਕੰਪਲੀਟ ਕਰ ਦੇਵਾਂਗੇ, ਜ਼ਿਆਦਾ ਲੈਂਥੀ ਨਹੀਂ ਹੈ। ਬਟ ਇਸ ਤੋਂ ਬਾਅਦ ਜਿਹੜੇ ਵੀ ਟੌਪਿਕ ਆਉਣਗੇ ਉਹ ਬਹੁਤ ਇੰਪੋਰਟੈਂਟ ਹੋਣਗੇ, ਜਿਵੇਂ ਇਸ ਤੋਂ ਬਾਅਦ ਆਪਾਂ ਕਰਾਂਗੇ ਸਟਾਰਟ ਸਾਹਿਤ, ਠੀਕ ਹੈ। ਤਾਂ ਬਹੁਤ ਆਪਾਂ ਕਹਿ ਸਕਦੇ ਹਾਂ ਹਾਂਜੀ ਲੰਬਾ ਟੌਪਿਕ ਹੈ ਅਤੇ ਇੰਪੋਰਟੈਂਟ ਵੀ ਬਹੁਤ ਹੈ, ਡਿਟੇਲ ਦੇ ਵਿੱਚ ਇਸ ਨੂੰ ਕਰਾਂਗੇ ਅਤੇ ਬਿਲਕੁਲ ਸਟਾਰਟ ਕਰਾਂਗੇ ਇਸ ਤੋਂ ਬਾਅਦ, ਠੀਕ ਹੈ। ਅਤੇ ਨੈਕਸਟ ਵੀਡੀਓ ਇਸੇ ਟੌਪਿਕ 'ਤੇ ਰਹਿਣ ਵਾਲੀ ਹੈ, ਨਿਦਾਨਾਤਮਕ ਜਾਂ ਉਪਚਾਰਿਕ ਸਿੱਖਿਆ ਜਿਸ ਨੂੰ ਆਪਾਂ ਬੋਲਦੇ ਹਾਂ, ਤਾਂ ਡਿਟੇਲ ਦੇ ਵਿੱਚ ਦੇਖਾਂਗੇ ਇਸ ਟੌਪਿਕ ਨੂੰ, ਕੰਪਲੀਟ ਕਰਨ ਤੋਂ ਬਾਅਦ ਅੱਗੇ ਕੰਟੀਨਿਊ ਕਰਾਂਗੇ। ਅਤੇ ਚਲੋ ਅੱਜ ਲਈ ਬਸ ਇੰਨਾ ਹੀ, ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ। ਜੇਕਰ ਪਸੰਦ ਆਇਆ ਵੀਡੀਓ ਤਾਂ ਜ਼ਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ, ਠੀਕ ਹੈ, ਆਪਣੇ ਫਰੈਂਡਸ ਦੇ ਨਾਲ, ਅਤੇ ਠੀਕ ਹੈ, ਓਕੇ, ਥੈਂਕ ਯੂ।